ਸਤਿ ਸ਼੍ਰੀ ਅਕਾਲ ਦੋਸਤੋ। ਸੋ F1 ਵੀਜ਼ਾ ਦੀ ਪੋਸੀਬਿਲਿਟੀਜ਼, F1 ਦਾ ਭਵਿੱਖ ਔਰ ਕਿਹੜੇ ਕੈਟਾਗਰੀਜ਼ ਵਾਲੇ ਇਮੀਗ੍ਰੈਂਟ ਕੇਸਿਸ ਵੀ ਕੀ F1 ਅਪਲਾਈ ਕਰ ਸਕਦੇ ਆ ਨਹੀਂ। ਸੋ ਇਹਦੇ ਬਾਰੇ ਖਾਸ ਚਰਚਾ ਹੋਏਗੀ। ਸੋ ਦੋਸਤੋ, F1 ਵੀਜ਼ਾ ਅਸਲ 'ਚ ਜਿਹਨੂੰ ਅਸੀਂ US ਦਾ ਵੀਜ਼ਾ, ਸਟੂਡੈਂਟ ਵੀਜ਼ਾ ਕਹਿੰਦੇ ਆ, ਇਹ ਪੂਰੀ ਦੁਨੀਆ ਦੇ ਵਿੱਚੋਂ ਮੈਕਸਿਮਮ ਨੰਬਰ ਆਫ ਸਟੂਡੈਂਟਸ ਜਿਹੜੇ ਅਲੱਗ-ਅਲੱਗ ਨੈਸ਼ਨੈਲਿਟੀਜ਼ ਤੋਂ ਵੇਖੀਏ ਤਾਂ ਉਹ ਅਮਰੀਕਾ ਜਾਂਦੇ ਆ। ਔਰ ਇੱਕ ਸਟੂਡੈਂਟਸ ਦਾ ਆਮ ਤੌਰ ਤੇ ਸਭ ਤੋਂ ਸਿੱਧਾ ਸਵਾਲ ਇਹ ਹੀ ਹੈ ਕਿ ਜਿਹੜੇ ਸਟੂਡੈਂਟਸ ਦੀਆਂ ਐਪਲੀਕੇਸ਼ਨ ਦੇ ਕੇਸਿਸ ਲੱਗੇ ਫੈਮਿਲੀ ਦੇ ਨਾਲ, ਸੋ ਚਾਹੇ F3 ਕੇਸਿਸ ਨੇ, ਚਾਹੇ F4 ਦੀਆਂ ਐਪਲੀਕੇਸ਼ਨ ਕੇਸਿਸ ਨੇ, ਜਿਹਦੇ ਵਿੱਚ ਕਿ ਤੁਸੀਂ ਤੁਹਾਡਾ ਕੋਈ ਨਾ ਕੋਈ ਰਿਸ਼ਤੇਦਾਰ ਅਮਰੀਕਾ ਰਹਿੰਦਾ ਆ ਔਰ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਕੇਸ ਪਹਿਲਾਂ ਅਪਲਾਈ ਕਰ ਚੁੱਕੇ ਹੋ। ਔਰ ਇੱਕ ਇਹ ਬਹੁਤ ਗਲਤ ਧਾਰਨਾ ਆ ਸਭ ਦੇ ਮਨ ਦੇ ਵਿੱਚ ਕਿ ਅਗਰ ਤੁਹਾਡਾ ਡਿਪੈਂਡੈਂਟ ਕੈਟਾਗਰੀ ਦਾ ਜਾਂ ਅਗਰ ਤੁਹਾਡਾ ਇਮੀਗ੍ਰੈਂਟ ਕੇਸ ਕੋਈ ਨਾ ਕੋਈ ਪਹਿਲਾਂ ਫਾਈਲ ਹੋਇਆ ਤੇ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਸੋ ਦੋਸਤੋ, ਇਹ ਬਿਲਕੁਲ ਸਰਾਸਰ ਗਲਤ ਧਾਰਨਾ ਹੈ, ਬਿਕੋਜ਼ ਅਸੀਂ ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਜਿਨ੍ਹਾਂ ਦੀਆਂ ਫੈਮਿਲੀ ਕੇਸਿਸ ਆਲਰੇਡੀ ਅਪਲਾਈਡ ਕੀਤੇ ਸੀ ਔਰ ਪਿਛਲੇ 10-12 ਸਾਲ ਤੋਂ ਕੀਤੇ ਹੋਏ ਸੀ, ਸੋ ਉਹਨਾਂ ਦੇ ਅਸੀਂ ਨਾਨ ਇਮੀਗ੍ਰੈਂਟ ਵੀਜ਼ਾਸ F1 ਵੀ, L1 ਵੀ ਔਰ ਈਵਨ ਜਿਹੜੇ ਸਾਡੇ ਕੋਲ B1 B2 ਜਿਹੜੇ ਜਿਹਨੂੰ ਅਸੀਂ ਨਾਰਮਲ ਟੂਰਿਸਟ, ਸਧਾਰਨ ਟੂਰਿਸਟ ਵੀਜ਼ਾ ਕਹਿੰਦੇ, ਉਹ ਵੀ ਅਸੀਂ ਵੀਜ਼ਾਸ ਲਏ ਹੋਏ ਆ। ਔਰ ਸਾਡੇ ਕੋਲ ਹਿਸਟਰੀ ਦੇ ਵਿੱਚ ਹੈ, ਬਿਕੋਜ਼ ਸਾਡੇ ਟਰੈਕ ਰਿਕਾਰਡਸ ਦੇ ਵਿੱਚ ਹੈ ਕਿ ਅਸੀਂ ਇਸ ਚੀਜ਼ ਦੇ ਕੋਲ, ਸਾਡੇ ਕੋਲ ਰਿਜ਼ਲਟਸ ਨੇ। ਸੋ ਰਿਜ਼ਲਟਸ ਜਿਹੜੇ ਆ ਉਹ ਸਭ ਚੀਜ਼ਾਂ ਤੋਂ ਉੱਪਰ ਬੋਲਦੇ ਆ। ਸੋ ਇਸੇ ਕਰਕੇ ਅਗਰ ਤੁਹਾਡਾ ਇਮੀਗ੍ਰੈਂਟ ਕੇਸ ਅਪਲਾਈਡ ਹੈ, ਡੋਂਟ ਥਿੰਕ ਕਿ ਤੁਸੀਂ ਇਨਐਲੀਜੀਬਲ ਹੋ ਗਏ। ਸਿਰਫ ਇਸ ਕਰਕੇ ਤੁਸੀਂ ਇਨਐਲੀਜੀਬਲ ਨਹੀਂ ਹੋ ਸਕਦੇ। ਔਰ ਮਿਸਾਲ ਦੇ ਤੌਰ ਤੇ ਅਗਰ ਤੁਸੀਂ ਇਹਦੇ 'ਚ ਕੁਝ ਹੋਰ ਜਾਣਕਾਰੀ ਚਾਹੁੰਦੇ ਹੋ, ਤੁਸੀਂ ਇਹਨੂੰ ਬਿਲਕੁਲ ਜਿਹੜਾ ਕਮਰਸ਼ੀਅਲ ਐਂਗਲ ਹੈ, ਜਿਹਨੂੰ ਅਸੀਂ ਕਮਰਸ ਕਹਿੰਦੇ ਹੁੰਦੇ ਆ ਕਿ ਬੇਸਿਕਲੀ ਸਭ ਯੂਨੀਵਰਸਿਟੀ, ਸਭ ਜਿਹੜੀਆਂ ਐਮਬੈਸੀਜ਼ ਨੇ ਉਹ ਇੱਕ ਕਮਰਸ ਦੇ ਮਾਡਲ ਦੇ ਉੱਪਰ ਕੰਮ ਕਰਦੀਆਂ ਨੇ ਔਰ ਉਹਦੇ ਉੱਪਰ ਵੀ ਤੁਸੀਂ ਇਹਨੂੰ ਪੈਰਾਮੀਟਰਸ ਨੂੰ ਚੈੱਕ ਕਰ ਸਕਦੇ ਹੋ। ਸੋ ਦੋਸਤੋ, ਜਦੋਂ ਵੀ ਕੋਈ ਕੰਟਰੀ ਤੁਹਾਨੂੰ ਵੀਜ਼ਾ ਦਿੰਦਾ ਹੈ, ਚਾਹੇ F1 ਹੈ, ਚਾਹੇ B1 B2 ਆ, ਜਦੋਂ ਤੁਹਾਨੂੰ ਕੋਈ ਵੀਜ਼ਾ ਦਿੰਦਾ ਹੈ, ਵੀਜ਼ਾ ਦੇ ਵਿੱਚ ਸਧਾਰਨ ਗੱਲ ਇਹ ਵੇਖੀ ਜਾਂਦੀ ਕਿ ਜਿਹੜਾ ਐਪਲੀਕੈਂਟ ਆ ਉਹ ਇੰਡੀਆ ਤੋਂ ਪੈਸੇ ਚੱਕੇ ਔਰ ਇੰਨੀ ਕੈਪੈਸਿਟੀ ਦੇ ਵਿੱਚ ਹੋਵੇ ਕਿ ਅਮਰੀਕਾ ਆ ਕੇ ਢੇਰੀ ਕਰ ਸਕੇ। ਸੋ ਸਟੂਡੈਂਟ ਆ ਤਾਂ ਆਪਣੀਆਂ ਫੀਸਾਂ ਪੇ ਕਰਨਗੇ, ਟੂਰਿਸਟ ਆ ਤਾਂ ਉਹ ਆਪਣੇ ਟੂਰਿਜ਼ਮ ਦੇ ਖਰਚੇ ਕਰਨਗੇ, ਸੋ ਵਿਜ਼ਟਰ ਆ ਤਾਂ ਉਹ ਆਪਣੇ ਤਮਾਮ ਜਾ ਕੇ ਖਰਚੇ ਕਰਨਗੇ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਤੁਹਾਡੀ ਆਮਦਨ ਹੈ ਉਹ ਲੋਕਲ ਲੋਕਾਂ 'ਚ ਡਿਸਟਰੀਬਿਊਟ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਸ਼ਿਮਲਾ ਜਾਂਦੇ ਹੋ, ਸ਼ਿਮਲਾ ਦੇ ਵਿੱਚ ਅਗਰ ਤੁਸੀਂ ਪੰਜਾਬ ਤੋਂ ਪੈਸਾ ਚੱਕ ਕੇ ਸ਼ਿਮਲਾ ਗਏ ਹੋ ਤਾਂ ਤੁਹਾਡੇ ਜਿਹੜੇ ਪੈਸੇ ਨੇ ਉਹ ਸ਼ਿਮਲੇ ਦੇ ਲੋਕਾਂ 'ਚ ਵੰਡੇ ਜਾਂਦੇ ਆ, ਜਿੱਥੋਂ ਤੁਸੀਂ ਪੀਜ਼ਾ ਬਰਗਰ ਖਾਧਾ, ਜਿੱਥੇ ਤੁਸੀਂ ਕਮਰਾ ਕਿਰਾਏ ਤੇ ਲਿਆ ਜਾਂ ਕੋਈ ਵੀ ਤੁਸੀਂ ਉੱਥੋਂ ਸ਼ਾਪਿੰਗ ਵੀ ਕੀਤੀ। ਸੋ ਇਸੇ ਤਰੀਕੇ ਨਾਲ ਸਾਰੇ ਮੁਲਕ ਇਸ ਚੀਜ਼ ਤੋਂ ਪੈਸੇ ਬਣਾਉਂਦੇ ਆ। ਸੋ ਇਸੇ ਤਰੀਕੇ ਨਾਲ ਜਿਹੜੀ ਕੈਟਾਗਰੀ ਇਹ ਨਾਨ ਇਮੀਗ੍ਰੈਂਟ ਕੈਟਾਗਰੀ ਆ, ਨਾਨ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਤੁਸੀਂ ਪੋਟੈਂਸ਼ੀਅਲ ਬਾਇਰ, ਪੋਟੈਂਸ਼ੀਅਲ ਸਪੈਂਡਰ ਦਿਸਣੇ ਚਾਹੀਦੇ ਹੋ ਕਿ ਤੁਸੀਂ ਪੈਸਾ ਉੱਥੇ ਸਪੈਂਡ ਕਰਨ ਵਾਲੇ ਹੋਵੋ। ਸੋ ਜਦੋਂ ਤੁਸੀਂ ਕਿਸੇ ਹੋਰ ਕੈਟਾਗਰੀ 'ਚ ਅਪਲਾਈ ਕਰਦੇ ਹੋ, ਜਿਹਨੂੰ ਅਸੀਂ ਇਮੀਗ੍ਰੈਂਟ ਕੈਟਾਗਰੀ ਕਹਿੰਦੇ ਆ, ਉਹਨਾਂ ਦੀ ਜਿਹੜੀ ਡਿਗਰੀ ਆਫ ਵੈਰੀਫਿਕੇਸ਼ਨ ਹਮੇਸ਼ਾ ਜ਼ਿਆਦਾ ਹੁੰਦੀ ਹੈ। ਤੁਸੀਂ ਵੇਖਦੇ ਹੋ ਕਿ ਤੁਹਾਡੇ ਅੰਬੈਸੀ ਵਾਲੇ ਤੁਹਾਡੇ ਘਰ ਆ ਕੇ ਵੈਰੀਫਿਕੇਸ਼ਨਸ ਕਰਦੇ ਆ ਔਰ ਤੁਸੀਂ ਇੰਨੇ ਪੈਸੇ ਨਹੀਂ ਆਪਣੀ ਅਪਲਾਈ ਕਰਨ ਨੂੰ ਦਿੰਦੇ ਕਿ ਤੁਹਾਡੇ ਕੋਲ ਇੱਕ ਗੱਡੀ ਮੀਨਸ ਕੌਂਸੂਲੇਟ ਡਿਪਾਰਟਮੈਂਟ ਤੋਂ ਗੱਡੀ ਆ ਕੇ ਤੁਹਾਡੇ ਪਿੰਡ ਆ ਕੇ ਵੈਰੀਫਿਕੇਸ਼ਨ ਵੀ ਕਰਕੇ ਜਾਵੇ। ਇਹ ਇੰਨੀਆਂ ਵੈਰੀਫਿਕੇਸ਼ਨਸ ਤਾਂ ਹੁੰਦੀਆਂ ਨੇ ਬਿਕੋਜ਼ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਤੁਸੀਂ ਪੈਸੇ ਉਲਟਾ ਸਰਕਾਰ ਨੇ ਤੁਹਾਨੂੰ ਦੇਣੇ ਆ। ਸਪੋਜ਼ ਕੋਵਿਡ ਦਾ ਸਮਾਂ ਆਇਆ, ਕੋਵਿਡ ਦੇ ਸਮੇਂ ਦੇ ਵਿੱਚ ਵੀ ਗਵਰਨਮੈਂਟ ਤੁਹਾਨੂੰ ਪੈਸਾ ਪੇ ਕਰਦੀ ਹੈ। ਸੋ ਤਮਾਮ ਤਰ੍ਹਾਂ ਦੇ ਅਗਰ ਕੋਈ ਤੁਹਾਡੇ ਹੈਲਥ ਕੇਅਰ ਦੇ ਖਰਚੇ ਆ, ਸੋਸ਼ਲ ਸਿਕਿਉਰਿਟੀ ਦੇ ਖਰਚੇ ਆ, ਇਹ ਗਵਰਨਮੈਂਟ ਆਊਟ ਆਫ ਪਾਕਟ ਪੇ ਕਰਦੀ ਹੈ। ਕੱਲ ਨੂੰ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀਜ਼ ਆ, ਸੋ ਗਵਰਨਮੈਂਟ ਇਜ਼ ਗੋਇੰਗ ਟੂ ਪੇ ਫॉर ਯੂ। ਸੋ ਇੱਕ ਕੇਸ ਦੇ ਵਿੱਚ ਗਵਰਨਮੈਂਟ ਤੁਹਾਡੇ ਕੋਲੋਂ ਪੈਸਾ ਕਮਾ ਸਕਦੀ ਹੈ, ਜਿਹਨੂੰ ਅਸੀਂ ਨਾਨ ਇਮੀਗ੍ਰੈਂਟ ਕੈਟਾਗਰੀ ਕਹਿੰਦੇ ਆ। ਦੂਸਰੀ ਕੇਸ ਦੇ ਵਿੱਚ ਤੁਸੀਂ ਉਹਨਾਂ ਲਈ ਇੱਕ ਲਾਇਬਿਲਿਟੀ ਬਣਨ ਜਾ ਰਹੇ ਹੋ ਕਿ ਗਵਰਨਮੈਂਟ ਨੂੰ ਤੁਹਾਡੇ ਉੱਪਰ ਪੈਸਾ ਖਰਚਣਾ ਪੈ ਰਿਹਾ। ਸੋ ਤੁਸੀਂ ਇੱਕ ਕਮਰਸ਼ੀਅਲ ਮਾਡਲ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਅਗਰ ਤੁਸੀਂ ਇਸ ਕੈਟਾਗਰੀ 'ਚ ਅਪਲਾਈ ਕੀਤਾ ਹੈ, ਜਿਹਨੂੰ ਅਸੀਂ ਇਮੀਗ੍ਰੈਂਟ ਕੈਟਾਗਰੀ ਕਹਿੰਦੇ, ਜਿਹਦੇ ਵਿੱਚ ਕਿ ਪੋਟੈਂਸ਼ੀਅਲ ਗਵਰਨਮੈਂਟ ਨੇ ਤੁਹਾਨੂੰ ਪੈਸਾ ਖਰਚ ਕਰਨਾ ਹੈ। ਸੋ ਅਗਰ ਤੁਸੀਂ ਸਰਕਾਰ ਨੂੰ ਮੌਕਾ ਦੇ ਰਹੇ ਹੋ ਕਿ ਤੁਸੀਂ ਆਪਣੇ ਲਈ ਖਰਚਾ ਖੁਦ ਕਰੋਗੇ ਔਰ ਰਾਦਰ ਤੁਸੀਂ ਉਹਨਾਂ ਦੇ ਮੁਲਕ ਤੋਂ ਪੈਸੇ ਚੱਕ ਕੇ ਵੀ ਲੈ ਕੇ ਜਾ ਰਹੇ ਹੋ, ਭਾਵੇਂ ਕਿ ਤੁਹਾਡਾ ਇਮੀਗ੍ਰੈਂਟ ਕੇਸ ਲੱਗਾ ਆ ਤਾਂ ਵੀ ਤੁਸੀਂ ਨਾਨ ਇਮੀਗ੍ਰੈਂਟ ਕੈਟਾਗਰੀ 'ਚ ਅਪਲਾਈ ਕਰਿਓ। ਸੋ ਇਹ ਨੁਕਸਾਨ ਨਹੀਂ ਆ, ਇਹ ਨਫੇ ਦਾ ਸੌਦਾ ਆ, ਇਹ ਨੁਕਸਾਨ ਦਾ ਸੌਦਾ ਨਹੀਂ ਆ। ਸੋ ਕਿਸੇ ਵੀ ਗਵਰਨਮੈਂਟ ਦੇ ਲਈ ਇਸ ਤਰੀਕੇ ਨਾਲ ਨਫੇ ਨੁਕਸਾਨ ਦੇ ਐਂਗਲ ਤੋਂ ਅਗਰ ਸੋਚਿਆ ਜਾਵੇ ਤੇ ਗਵਰਨਮੈਂਟ ਦੇ ਕੋਲ ਜ਼ਿਆਦਾ ਚਾਂਸਸ ਨੇ ਤੁਹਾਨੂੰ ਵੀਜ਼ਾ ਦੇਣ ਦੇ, ਬਿਕੋਜ਼ ਤੁਸੀਂ ਆਪਣਾ ਭਾਰ ਖੁਦ ਚੱਕਣ ਲਈ ਤਿਆਰ ਹੋ ਔਰ ਰਾਦਰ ਨਾਲ ਦੀ ਨਾਲ ਤੁਸੀਂ ਨੈਸ਼ਨਲ ਕੈਪੀਟਲ ਦੇ ਵਿੱਚ ਵੀ ਤੁਸੀਂ ਕੰਟਰੀਬਿਊਟ ਕਰਨ ਨੂੰ ਤਿਆਰ ਹੋ। ਸੋ ਇਸੇ ਕਰਕੇ ਅਗਰ ਤੁਹਾਡਾ ਨਾਨ ਇਮੀਗ੍ਰੈਂਟ ਕੇਸ ਤੁਸੀਂ ਫਾਈਲ ਕਰ ਰਹੇ ਹੋ, ਭਾਵੇਂ ਕਿ ਤੁਹਾਡਾ ਇਮੀਗ੍ਰੈਂਟ ਕੇਸ ਆਲਰੇਡੀ ਪਾਇਆ ਹੋਇਆ, ਤਾਂ ਤੁਹਾਡੇ ਨਾਨ ਇਮੀਗ੍ਰੈਂਟ ਕੇਸ ਦੇ ਵੀਜ਼ਾ ਦੇ ਚਾਂਸਸ ਹਮੇਸ਼ਾ ਵੱਧ ਹੋਣਗੇ। ਸੋ ਇਹ ਫਿਰ ਭੁਲੇਖਾ ਕਿਉਂ ਆ? ਇਹ ਭੁਲੇਖਾ ਇਸ ਕਰਕੇ ਆ, ਇਹ ਗੱਲ ਬਾਰ-ਬਾਰ ਕਿਉਂ ਤੁਹਾਡੇ ਸਾਹਮਣੇ ਆਉਂਦੀ ਆ
ਬਿਕੋਜ਼ ਜਦੋਂ ਤੁਸੀਂ ਅੰਬੈਸੀ ਗਏ ਔਰ ਅੰਬੈਸੀ ਤੋਂ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਔਰ ਉਸ ਰਿਫਿਊਜ਼ਲ ਦੇ ਵਿੱਚ ਵੀਜ਼ਾ ਆਫੀਸਰ ਨੇ ਤੁਹਾਡੇ ਕੋਲ ਕਿਤੇ ਨਾ ਕਿਤੇ ਇਹ ਸਵਾਲ ਪੁੱਛਿਆ ਹੋਇਆ ਕਿ ਕੀ ਤੁਹਾਡਾ ਕੋਈ ਅਮਰੀਕਾ ਰਹਿੰਦਾ ਆ, ਕੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੋਈ ਹੈ, ਤੇ ਤੁਸੀਂ ਹਾਂ ਦੇ ਰੂਪ ਵਿੱਚ ਜਵਾਬ ਦਿੰਦੇ ਹੋ, ਕਿਉਂਕਿ ਅਸੀਂ ਜਿਹੜਾ ਇਨਸਾਨੀ ਦਿਮਾਗ ਹੈ ਇਹ ਆਪਣੇ ਤਰੀਕੇ ਨਾਲ ਸੋਚਦਾ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਯੈਸ ਮੇਰੇ ਕੋਲੋਂ ਇਹਨਾਂ ਨੇ ਕਿਉਂਕਿ ਮੇਰੇ ਰਿਲੇਟਿਵ ਬਾਰੇ ਪੁੱਛਿਆ, ਸੋ ਮੇਰਾ ਵੀਜ਼ਾ ਸਿਰਫ ਤੇ ਸਿਰਫ ਰਿਫਿਊਜ਼ ਹੀ ਇਸ ਕਰਕੇ ਹੋਇਆ ਕਿਉਂਕਿ ਮੈਂ ਇਮੀਗ੍ਰੈਂਟ ਕੇਸ ਦੇ ਵਿੱਚ ਫਾਈਲ ਕੀਤਾ ਹੋਇਆ। ਬਿਕੋਜ਼ ਅਗਰ ਨਾਨ ਇਮੀਗ੍ਰੈਂਟ ਕੈਟਾਗਰੀ ਵਿੱਚ ਤੁਹਾਡਾ ਵੀਜ਼ਾ ਮਨਜ਼ੂਰ ਹੋ ਜਾਂਦਾ ਹੈ ਤਾਂ ਤੁਸੀਂ ਨਾਰਮਲ ਆਪਣੇ ਆਪ ਨੂੰ ਸਧਾਰਨ ਬੰਦੇ ਵਾਂਗੂ ਸਮਝਦੇ ਹੋ ਕਿ ਜਿੱਦਾਂ ਹਰ ਕਿਸੇ ਦਾ ਹੋ ਗਿਆ ਉਸੇ ਤਰੀਕੇ ਨਾਲ ਹੀ ਮੇਰਾ ਹੋ ਗਿਆ। ਪਰ ਨਹੀਂ ਹੋਣ ਦੀ ਸੂਰਤ ਵਿੱਚ ਜਦੋਂ ਅਸੀਂ ਕਾਰਨ ਲੱਭਦੇ ਹਾਂ ਸੋ ਅਸੀਂ ਜ਼ਬਰਦਸਤੀ ਇਮੀਗ੍ਰੈਂਟ ਕੈਟਾਗਰੀ ਨੂੰ ਦੋਸ਼ੀ ਮੰਨ ਜਾਂਦੇ ਹਾਂ। ਸੋ ਦੋਸਤੋ ਇਸ ਤੋਂ ਤੁਸੀਂ ਇੱਕ ਚੀਜ਼ ਸਿੱਖ ਸਕਦੇ ਹੋ, ਸਿੱਧ ਹੋ ਸਕਦੀ ਹੈ ਕਿ ਚਾਹੇ ਤੁਹਾਡਾ ਫੈਮਿਲੀ ਕੇਸ ਲੱਗਾ ਹੈ, ਚਾਹੇ ਤੁਹਾਡੀ ਪਟੀਸ਼ਨ ਦਾ ਕੇਸ ਲੱਗਾ ਹੈ, ਚਾਹੇ ਤੁਹਾਡਾ F3 F4 ਕਿਸੇ ਵੀ ਕੈਟਾਗਰੀ ਦੇ ਵਿੱਚ ਕੇਸ ਲੱਗਾ ਹੈ, ਉਹਦੇ ਨਾਲ ਤੁਹਾਡੇ ਨਾਨ ਇਮੀਗ੍ਰੈਂਟ ਕੇਸ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਬਿਕੋਜ਼ ਇਹ ਨਾਨ ਇਮੀਗ੍ਰੈਂਟ ਕੇਸ ਹੈ। ਸੋ ਇਹ ਪੱਕੀ ਅਪਲਾਈ ਵਾਲਾ ਕੇਸ ਨਹੀਂ ਹੈਗਾ, ਇਹ ਸਧਾਰਨ ਛੋਟਾ ਵੀਜ਼ਾ ਹੈ। ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਟੈਂਪਰੇਰੀ ਵੀਜ਼ਾ ਆ। ਇਹ ਤੁਹਾਡਾ ਫਿਊਚਰ ਅੱਜ ਦੇ ਅੱਜ ਇਸ ਵੀਜ਼ੇ ਨਾਲ ਡਿਸਾਈਡ ਨਹੀਂ ਹੋ ਰਿਹਾ ਕਿ ਤੁਸੀਂ ਅਮਰੀਕਾ 'ਚ ਰੁਕ ਰਹੇ ਹੋ, ਉੱਥੇ ਪੱਕੇ ਹੋ ਰਹੇ ਹੋ, ਉੱਥੇ ਕੱਲ ਨੂੰ H1 ਨੂੰ ਅਪਲਾਈ ਕਰ ਰਹੇ ਹੋ, ਕੱਲ ਨੂੰ ਵਿਆਹ ਉੱਥੇ ਕਰ ਰਹੇ ਹੋ। ਹਾਲੇ ਜਿਹੜਾ ਤੁਹਾਡਾ ਪਰਪਸ ਹੈ ਉਹ ਸ਼ਾਰਟ ਟਰਮ ਹੈ, ਜਿਹਦੇ ਵਿੱਚ ਕਿ ਤੁਸੀਂ ਇਕੱਲੀ ਪੜ੍ਹਾਈ ਲਈ ਜਾ ਰਹੇ ਹੋ ਜਾਂ ਤੁਸੀਂ ਇਕੱਲੇ ਸੈਰ ਸਪਾਟੇ ਲਈ ਜਾ ਰਹੇ ਹੋ। ਸੋ ਨਾਨ ਇਮੀਗ੍ਰੈਂਟ ਕੈਟਾਗਰੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਇਮੀਗ੍ਰੈਂਟ ਕੈਟਾਗਰੀ ਨੂੰ ਜਿਹੜਾ ਤੁਹਾਡਾ ਆਲਰੇਡੀ ਕੇਸ ਲੱਗਾ ਹੋਇਆ ਇਹਦੇ ਰਿਫਿਊਜ਼ਲ ਹੋਣ ਨਾਲ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਬਿਕੋਜ਼ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਤੁਹਾਡੇ ਐਡੀਸ਼ਨਲ ਡਾਕੂਮੈਂਟਸ ਨਹੀਂ ਲੱਗਦੇ, ਤੁਹਾਡੀ ਪੁਲਿਸ ਰਿਪੋਰਟ ਲੱਗਦੀ ਹੈ, ਤੁਹਾਡਾ ਮੈਡੀਕਲ ਲੱਗਦਾ ਆ ਔਰ ਇੱਕ ਤੁਹਾਡਾ ਰਿਸ਼ਤਾ ਕੀ ਹੈ ਉਹਦੇ ਲਈ ਤੁਹਾਡਾ ਬਰਥ ਸਰਟੀਫਿਕੇਟ ਲੱਗਦਾ ਆ। ਸੋ ਇਹ ਤਿੰਨ ਜ਼ਰੂਰੀ ਕਾਗਜ਼ ਨੇ। ਸੋ ਇਸ ਤੋਂ ਇਲਾਵਾ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਕੁਝ ਚੀਜ਼ਾਂ ਐਡੀਸ਼ਨਲ ਡਾਕੂਮੈਂਟੇਸ਼ਨ ਨਹੀਂ ਜਾਂਦੀ। ਸੋ ਦੋਸਤੋ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਏਗੀ ਔਰ ਤੁਹਾਡਾ ਜਿਹੜਾ ਮਨ ਦੇ ਵਿੱਚ ਇੱਕ ਫੀਅਰ ਹੈ ਕਿ ਸ਼ਾਇਦ ਮੈਂ ਇਸ ਕੈਟਾਗਰੀ 'ਚ ਅਪਲਾਈ ਨਹੀਂ ਕਰ ਸਕਦਾ, ਸ਼ਾਇਦ ਉਹਦਾ ਵੀ ਕਿਤੇ ਨਿਵਾਰਨ ਹੋਇਆ ਹੋਵੇਗਾ। ਸੋ ਦੋਸਤੋ ਹੋ ਸਕਦਾ ਕਿ ਤੁਸੀਂ ਡਾਇਰੈਕਟ ਬੈਨੀਫੀਸ਼ੀਅਰੀ ਨਹੀਂ ਹੋਵੋ ਇਸ ਜਾਣਕਾਰੀ ਦੇ। ਸੋ ਕਿਰਪਾ ਕਰਕੇ ਇਹਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਦੇ ਲਈ ਇਹ ਵਾਕਿਆ ਹੀ ਫਾਇਦੇਮੰਦ ਜਾਂ ਜਿਨ੍ਹਾਂ ਲਈ ਵਾਕਿਆ ਮਦਦਗਾਰ ਹੋ ਸਕਦੀ ਹੈ। ਬਿਕੋਜ਼ ਬਹੁਤ ਸਾਰੇ ਸਾਡੇ ਐਪਲੀਕੈਂਟਸ ਨੇ ਜਿਹੜੇ ਸਿਰਫ ਇਸ ਡਰ ਕਰਕੇ ਆਪਣੇ ਕੇਸਿਸ ਅਪਲਾਈ ਨਹੀਂ ਕਰ ਰਹੇ ਔਰ ਆਪਣੇ ਭਵਿੱਖ ਦੇ ਨਾਲ ਕਹਿ ਲਓ ਕਿ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਰਿਹਾ। ਸੋ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ ਔਰ ਇਹੋ ਜਿਹੀਆਂ ਜਾਣਕਾਰੀਆਂ ਲਗਾਤਾਰ ਸਾਡੇ ਪੇਜ ਦੇ ਉੱਪਰ ਮਿਲਦੀਆਂ ਨੇ। ਸੋ ਤੁਸੀਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਚੈਨਲ ਨੂੰ ਇਸ ਜਿਹੜਾ ਬੈਲ ਆਈਕਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਇਹੋ ਜਿਹੀ ਜਾਣਕਾਰੀ ਆਵੇ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਹੋ ਸਕੇ। ਸੋ ਦੋਸਤੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਨਾਮ ਅਰਵਿੰਦਰਪਾਲ ਸਿੰਘ ਹੈ ਔਰ ਪਿਛਲੇ ਲਗਭਗ 22 ਸਾਲ ਤੋਂ ਮੈਂ ਇਸ ਇੰਡਸਟਰੀ ਦੇ ਵਿੱਚ ਐਸਟੈਬਲਿਸ਼ਡ ਹਾਂ ਔਰ ਅਸੀਂ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਮੇਂ-ਸਮੇਂ ਤੇ ਹਮੇਸ਼ਾ ਸ਼ੇਅਰ ਕਰਦੇ ਆ ਰਹੇ ਹਾਂ। ਸੋ ਉਮੀਦ ਕਰਦੇ ਹਾਂ ਤੁਹਾਡੇ ਫਿਊਚਰ ਦੇ ਵਿੱਚ, ਤੁਹਾਡੇ ਵੀਜ਼ਾਸ ਦੇ ਵਿੱਚ ਅਸੀਂ ਸਹਾਇਕ ਹੋਵਾਂਗੇ ਔਰ ਇਸੇ ਉਮੀਦ ਨਾਲ 92 168 92 168 ਦੇ ਉੱਪਰ ਤੁਹਾਡੀ ਕਾਲਸ ਦਾ ਇੰਤਜ਼ਾਰ ਰਹੇਗਾ। ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ।